ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਗਿਆਨ ਧਿਆਨ ਕਿਛ ਕਰਮ ਨ ਜਾਣ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਬੀਰ ਸੇਵਾ ਕੋ ਦੁਇ ਭਲੇ, ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ, ਜਾਹਰਾ ਜਹੂਰ ਸਰਵ ਕਲਾ ਭਰਪੂਰ। ਬਾਣੀ ਕੇ ਬੋਹਿਤ ਕਲਯੁਗ ਦੇ ਤਾਰਨਹਾਰ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਹੀ ਵੱਡੇ ਭਾਗਾਂ ਵਾਲੇ ਹੋ। ਰੋਜ਼ਾਨਾ ਹੀ ਅੰਮ੍ਰਿਤ ਵੇਲੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਗੁਰਬਾਣੀ ਨੂੰ ਸੁਣਦੇ ਹੋ। ਗੁਰੂ ਘਰ ਦੀ ਸੇਵਾ ਦੇ ਨਾਲ ਜੁੜ ਕੇ ਇਸ ਮਨੁੱਖਾ ਜਨਮ ਨੂੰ ਸਫਲ ਬਣਾਉਂਦੇ ਹੋ। ਬੜੇ ਹੀ ਚੰਗੇ ਭਾਗ ਨੇ ਸਾਡੇ ਸਾਰਿਆਂ ਦੇ, ਕਿਉਂਕਿ ਵੱਡੇ ਭਾਗਾਂ ਵਾਲਾ ਹੀ ਸੰਸਾਰ ਦੇ ਅੰਦਰ ਚੰਗੇ ਕਰਮ ਕਰਦਾ ਹੈ। ਸਾਧ ਸੰਗਤ ਜੀ, ਚੰਗੇ ਕਰਮ ਉਹ ਨੇ ਜਿਨ੍ਹਾਂ ਦੇ ਨਾਲ ਕਿਸੇ ਦਾ ਭਲਾ ਹੋਵੇ। ਤੇ
ਤੇ ਜਿਹੜਾ ਨਾਮ ਜਪਦਾ ਏ, ਜਿਹੜਾ ਬਾਣੀ ਪੜ੍ਹਦਾ ਏ, ਉਹਦੇ ਨਾਲ ਸਤ ਸੰਗਤ ਜੀ ਉਹਦਾ ਆਪਣਾ ਭਲਾ ਤੇ ਹੁੰਦਾ ਹੀ ਹੈ, ਪਰਿਵਾਰ ਦਾ ਵੀ ਭਲਾ ਏ, ਜਿਹੜੇ ਉਹਦੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਗੁਰਬਾਣੀ ਜਿਹੜੀ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੁਗਧ ਜਿਹੜੇ ਮੂਰਖ ਨੇ ਉਹਨਾਂ ਨੂੰ ਵੀ ਤਾਰ ਦਿੰਦੀ ਹੈ। ਪਾਹਨ ਪਾਰ ਉਤਾਰੇ, ਪਾਹਨ ਭਾਵ ਪੱਥਰ, ਜਿਹੜੇ ਪੱਥਰ ਦੀ ਤਰ੍ਹਾਂ ਲੋਕ ਨੇ, ਜਦੋਂ ਉਹ ਗੁਰਬਾਣੀ ਸੁਣਦੇ ਨੇ, ਜਦੋਂ ਉਹ ਗੁਰੂ ਦੇ ਨਾਲ ਜੁੜਦੇ ਨੇ ਤੇ ਉਹ ਵੀ ਸਾਧ ਸੰਗਤ ਜੀ ਤਰ ਜਾਂਦੇ ਨੇ, ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਚੰਗਾ ਕਰਮ ਹੈ ਸੰਸਾਰ ਦੇ ਅੰਦਰ ਬਾਣੀ ਪੜ੍ਹਨਾ, ਸੇਵਾ ਕਰਨੀ, ਸਿਮਰਨ ਕਰਨਾ। ਪਾਤਸ਼ਾਹ ਜੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਜੇ ਤੂੰ ਕੋਈ ਬੁਰਾ ਕਰਮ ਕਰਨਾ ਹੈ ਨਾ ਤੇ ਤੂੰ ਉਹਦੇ ਬਾਰੇ 100 ਵਾਰੀ ਸੋਚ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਕੋਈ ਧਰਮ ਦਾ ਕੰਮ ਕਰਨਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਲਈ ਕੋਈ ਸੋਚ ਨਾ, ਧਰਮ ਦਾ ਕੰਮ ਹੈ, ਚੰਗਾ ਕੰਮ ਹੈ, ਕਰਦੇ। ਪਰ ਜੇ ਬੁਰਾ ਕਰਮ ਕਰਨਾ ਹੈ ਤੇ ਉਹਦੇ ਲਈ ਸਭ ਤੋਂ ਪਹਿਲਾਂ 100 ਵਾਰੀ ਸੋਚ। ਨਹਿ ਬਿਲੰਬ ਧਰਮੰ, ਬਿਲੰਬ ਕਹਿੰਦੇ ਨੇ ਦੇਰੀ, ਨਹਿ ਦਾ ਭਾਵ ਨਹੀਂ, ਦੇਰੀ ਨਾ ਕਰ। ਕਦੋਂ? ਧਰਮ ਦਾ ਕੰਮ ਕਰਨ ਦੇ ਲਈ, ਚੰਗਾ ਕਰਮ ਕਰਨ ਦੇ ਲਈ। ਬਿਲੰਬ ਪਾਪੰ, ਬਿਲੰਬ ਕਦੋਂ ਕਰਨਾ ਹੈ, ਦੇਰੀ ਕਦੋਂ ਕਰਨੀ ਹੈ? ਸਾਧ ਸੰਗਤ ਜੀ, ਜਦੋਂ ਆਪਾਂ ਕੋਈ ਪਾਪ ਕਰਨਾ ਹੋਵੇ, ਬੁਰਾ ਕਰਮ ਕਰਨਾ ਹੋਵੇ, ਜਿਹਦੇ ਨਾਲ ਕਿਸੇ ਦਾ ਬੁਰਾ ਹੁੰਦਾ ਹੋਵੇ, ਜਿਹਦੇ ਨਾਲ ਕਿਸੇ ਨੂੰ ਨੁਕਸਾਨ ਹੁੰਦਾ ਹੋਵੇ, ਸਾਧ ਸੰਗਤ ਜੀ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਪਾਤਸ਼ਾਹ ਜੀ ਕਹਿੰਦੇ ਨੇ 100 ਵਾਰੀ ਸੋਚ। ਪਰ ਜਿਸ ਕੰਮ ਦੇ ਨਾਲ ਕਿਸੇ ਦਾ ਭਲਾ ਹੁੰਦਾ ਹੈ ਉਹਦੇ ਲਈ ਸੋਚਣ ਦੀ ਲੋੜ ਨਹੀਂ ਹੈ। ਉਹਦੇ ਲਈ ਤੂੰ ਚੰਗਾ ਕੰਮ ਕਰਨਾ ਹੈ, ਕਰ ਦੇ ਬਸ। ਜੇ ਬੁਰੇ ਕਰਮ ਕਰਨੇ ਨੇ ਤੇ ਉਹਦੇ ਲਈ 100 ਵਾਰੀ ਸੋਚੋ ਕਿ ਇਹ ਕੰਮ ਕਰਨਾ ਜਾਇਜ਼ ਹੈ ਜਾਂ ਨਹੀਂ ਚਾਹੀਦਾ, ਸਾਨੂੰ ਕਰੀਏ ਕਿ ਨਾ ਕਰੀਏ। ਤੇ ਜਦੋਂ ਧਰਮ ਦਾ ਕੰਮ ਕਰਨਾ ਹੈ ਉਹਦੇ ਲਈ ਸੋਚਣ ਦੀ ਲੋੜ ਨਹੀਂ ਹੈ। ਅਸੀਂ ਵੀ ਗੁਰੂ ਘਰ ਦੇ ਨਾਲ ਜੁੜ ਕੇ ਚੰਗੇ ਕਰਮਾਂ ਨੂੰ ਧਾਰਨ ਕਰਦੇ ਹਾਂ। ਚੰਗੇ ਗੁਣ ਜਿਹੜੇ ਨੇ ਉਹਨਾਂ ਨੂੰ ਆਪਾਂ ਆਪਣੇ ਅੰਦਰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਰਾਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਗੁਰਬਾਣੀ ਦੇ ਅੰਦਰ ਸ਼ੁਭ ਉਪਦੇਸ਼ ਦੇ ਕੇ ਚੰਗੇ ਕਰਮਾਂ ਦੇ ਵਿੱਚ ਸਾਡੇ ਵਾਧਾ ਕਰਦੇ ਨੇ। ਕਿਉਂਕਿ ਸਾਧ ਸੰਗਤ ਜੀ, ਚੰਗੇ ਕਰਮ ਕਰਨ ਦੀ ਜਿਹੜੀ ਆਦਤ ਹੈ ਉਹ ਨਹੀਂ ਛੱਡਣੀ ਚਾਹੀਦੀ। ਪਤਾ ਨਹੀਂ ਕਿਹੜੇ ਵੇਲੇ ਸਾਡਾ ਕੋਈ ਚੰਗਾ ਕਰਮ ਕੀਤਾ ਹੋਇਆ ਜਿਹਦੇ ਨਾਲ ਸਾਡਾ ਭਲਾ ਹੋ ਜਾਣਾ ਹੈ। ਇਸ ਕਰਕੇ ਬਾਣੀ ਪੜ੍ਹਨ ਦੇ ਨਾਲ, ਸੇਵਾ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਸਾਡਾ ਭਲਾ ਤੇ ਹੁੰਦਾ ਹੀ ਹੈ ਸਾਧ ਸੰਗਤ ਜੀ। ਹੋਰ ਸਾਡੇ ਰਿਸ਼ਤੇਦਾਰਾਂ ਦਾ, ਭੈਣ ਭਰਾਵਾਂ ਦਾ, ਜਿਹੜੇ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ। ਪ੍ਰਹਿਲਾਦ ਨੇ ਨਾਮ ਜਪਿਆ, ਉਹਨੇ ਸਿਮਰਨ ਕੀਤਾ, ਉਹਦੀਆਂ 21 ਕੁਲਾਂ ਤਰ ਗਈਆਂ ਸਾਧ ਸੰਗਤ ਜੀ। ਉਹਦੀਆਂ ਕੁਲਾਂ ਦਾ ਭਲਾ ਹੋ ਗਿਆ। ਜਿਹੜੇ ਨਾਮ ਜਪਦੇ ਨੇ ਉਹ ਆਪ ਵੀ ਤਰਦੇ ਨੇ, ਹੋਰਨਾਂ ਨੂੰ ਵੀ ਤਾਰ ਦਿੰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਚੰਗੇ ਭਾਗ ਨੇ ਸਾਡੇ, ਜਿਹੜਾ ਕਿ ਆਪਾਂ ਰੋਜ਼ਾਨਾ ਹੀ ਗੁਰੂ ਘਰ ਆ ਕੇ ਬਾਣੀ ਸੁਣਦੇ ਹਾਂ, ਸੇਵਾ ਕਰਦੇ ਹਾਂ, ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਾਂ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਨੇ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹੀਆਂ ਗਈਆਂ ਨੇ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਡੇ ਤੇ ਤਰਸ ਕਰਕੇ ਸਾਨੂੰ ਗੁਰਬਾਣੀ ਦੇ ਰਾਹੀਂ ਚੰਗੀ ਸਿੱਖਿਆ, ਚੰਗੀ ਸੇਧ ਦੇਣ ਦਾ ਯਤਨ ਕੀਤਾ ਹੈ ਪਾਤਸ਼ਾਹ ਜੀ ਨੇ। ਉਸ ਦੀ ਲੜੀਵਾਰ ਵਿਚਾਰ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਰਵਣ ਕਰਨਾ ਹੈ ਜੀ। ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਕਰੋ ਜੀ ਇਕਾਗਰ, ਰਸਨਾ ਕਰੋ ਪਵਿੱਤਰ। ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨਾਸਰੀ ਭਗਤ ਰਵਿਦਾਸ ਜੀ ਕੀ। ਇੱਕ
ਓੰਕਾਰ सतगुर प्रसाद। हम सर दीन दयाल ना तुम सर, अब पतियार क्या कीजै। धनासरी भगत रविदास जी की। धनासरी राग का नाम है। अज का जो पावन शब्द है श्रोमणी भगत गुरु रविदास जी की रचना तो उच्चारण किया होया है, क्योंकि जिन हर जपिया से हर होए। जिन्हां ने नाम जपिया है वो हरि अकाल पुरख वाहिगुरू परमात्मा जी वर्गे ही हो जाते हैं। इस करके गुरु रविदास जी इस पावन शब्द नूं उच्चारण करके सानू समझाते हैं। भगत कबीर जी अपने शब्द अंदर सानू फरमान करके समझाते हैं कि रब का प्यारा किदां दा होना चाहिए है। ते भगत कबीर जी सानू समझाते हैं, हर जन ऐसा चाहिए जैसा हर ही होए। जिदां दा परमात्मा आप है, रब दे प्यारे भी उदां दे ही होने चाहिए ने। इस करके भगत रविदास जी ने नाम जपिया, बाणी पढ़ी, उन्हां दे विच ते रब दे विच कोई भेद नहीं रह जाता। सत्संग जी इक्को ही हो जाते ते इक्को ही हो गए सत्संग जी भगत रविदास जी ते वो अकाल पुरख वाहिगुरू परमात्मा। भगत रविदास जी इस शब्द नूं उच्चारण करते हैं, एक ओंकार सतगुर प्रसाद। सब तो पहला मंगलाचरण सिफत उस मालिक जी की। परमात्मा एक है, सर्वव्यापक है, हर थां ते मौजूद है, हर जगह ते रमिया होया, हर थां ते परिपूर्ण है। परमात्मा हर जगह ते मालिक दी होंद है। साध संगत जी हर जगह ते मौजूद है। उहदा नाम सच्चा है, उहनूं पाउण दे लई उहदी किरपा होनी बड़ी जरूरी है। साध संगत जी उस दी किरपा दे नाल ही उसनूं पाया जा सकता है। भगत रविदास जी इस शब्द नूं उच्चारण करते हैं, हम सर दीन दयाल ना तुम सर, अब पतियार क्या कीजै। सत्संग जी जिहड़े नाम जपते ने, बाणी पढ़ते ने, सिमरन करते ने, उन्हां नूं उस अकाल पुरख वाहिगुरू परमात्मा दे प्रतੱਖ दर्शन हुंदे ने। क्योंकि परमात्मा सत्संग जी साडे तो दूर नहीं है, साडे कोल ही है। जिवें बुल्ले शाह आखदा है, बुल्लिया रब तेतों वख नहीं, पर वेखण वाली तेरी अख नहीं। वो साडे तो वख नहीं है सत्संग जी, साडे कोल ही है। पर जिहड़ी अख दे नाल वो परमात्मा जी ने दिखना है, वो अख नहीं है साडे कोल। सत्संगत जी है साडे कोल। जिहड़ा नाम जपदा है उहनूं परमात्मा दे प्रतੱਖ दर्शन हो जाते हैं। साध संगत जी वो परमात्मा दे दर्शन करता है। भगत नामदेव जी ने 72 वारी साध संगत जी परमात्मा दे दर्शन किए। 72 वारी। भगत धन्ना जी ने पत्थर दे विचों साध संगत जी परमात्मा नूं प्राप्त कर लिया। हालांकि पत्थर दे विचों कदी परमात्मा नहीं मिलते। भगत धन्ना जी नूं परमात्मा जी मिले ने ते उन्हां दी शरधा दे करके फिर परमात्मा नूं आउणा पिया। साध संगत जी क्योंकि भगत दा प्रेम ही ऐसा है। साध संगत जी परमात्मा नूं आउणा पैंदा है। परमात्मा अपने भगतां दे प्रेम दी खिच दे करके। साध संगत जी जिस वेले भगत रविदास जी ने उस अकाल पुरख वाहिगुरू परमात्मा जी की उस्तत की, सिमरन किया, नाम जपिया, ते परमात्मा ते भगत रविदास जी दे विच कोई भेद नहीं रह गया। इक्को ही रूप हो गए। सत्संग जी द्वै ते एक रूप हो गए, दो तो एक रूप हो गए। आप परमात्मा बन गए, रविदास जी गुरु बन गए। सत्संगत जी ते उस वेले भगती दे प्रताप द्वारा प्रसन्न हो के
ਜਦੋਂ ਭਗਵਾਨ ਨੇ ਰਵਿਦਾਸ ਜੀ ਨੂੰ ਆ ਕੇ ਦਰਸ਼ਨ ਦਿੱਤੇ ਤੇ ਉਦੋਂ ਰਵਿਦਾਸ ਮਹਾਰਾਜ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਸੁਖ ਸਾਂਦ ਪੁੱਛੀ, ਪਰ ਭਗਤ ਦੀ ਪ੍ਰੀਖਿਆ ਲੈਣ ਦੇ ਲਈ। ਕਿਉਂਕਿ ਜਦੋਂ ਸਾਧ ਸੰਗਤ ਜੀ ਆਪਾਂ ਪੜ੍ਹਾਈ ਕਰਦੇ ਹਾਂ ਨਾ, ਤੇ ਫਿਰ ਸਾਨੂੰ ਪ੍ਰੀਖਿਆ ਵੀ ਦੇਣੀ ਪੈਂਦੀ ਹੈ, ਉਹਦਾ ਪਰਚਾ ਵੀ ਪੈਂਦਾ ਹੈ। ਸਾਧ ਸੰਗਤ ਜੀ, ਜਦੋਂ ਬੱਚਾ ਸਕੂਲੇ ਜਾਂਦਾ ਹੈ ਪੜ੍ਹਾਈ ਕਰਨ, ਫਿਰ ਉਹਨੂੰ ਸਾਲ ਬਾਅਦ ਪੇਪਰ ਦੇਣਾ ਪੈਂਦਾ ਹੈ। ਫਿਰ ਪਤਾ ਲੱਗਦਾ ਹੈ ਕਿ ਇਹ ਪਾਸ ਹੋਇਆ ਹੈ ਕਿ ਫੇਲ ਹੈ, ਇਹਨੇ ਕਿੰਨੀ ਕੁ ਪੜ੍ਹਾਈ ਕੀਤੀ ਹੈ, ਫਿਰ ਪਤਾ ਲੱਗਦਾ ਹੈ। ਪਰਖ ਕਰਨ ਦੇ ਲਈ ਭਗਵਾਨ ਜੀ ਚੁੱਪ ਰਹੇ। ਸਾਧ ਸੰਗਤ ਜੀ, ਕੁਝ ਬੋਲੇ ਨਾ, ਕੋਈ ਜਵਾਬ ਨਾ ਦਿੱਤਾ। ਤੇ ਉਸ ਵੇਲੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਜੇ ਆਪਾਂ ਪੜ੍ਹੀਏ, ਉਹਦੇ ਅੰਦਰ ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ, ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਕਿਹੇ ਪ੍ਰਮਾਤਮਾ ਤੇਰੇ ਤੋਂ ਕੁਰਬਾਨ ਜਾਣੇ ਆ, ਬਲਿਹਾਰ ਜਾਣੇ ਆ, ਤੂੰ ਕਿਸ ਗੱਲ ਤੋਂ ਚੁੱਪ ਹੈ? ਉਹ ਕਿਹੜਾ ਕਾਰਨ ਹੈ ਜਿਸ ਕਾਰਨ ਦੇ ਕਰਕੇ ਤੂੰ ਮੇਰੇ ਨਾਲ ਬੋਲਦਾ ਨਹੀਂ ਹੈ? ਕਿਹੜਾ ਕਾਰਨ ਹੈ ਜਿਹਦੇ ਕਰਕੇ ਤੁਸੀਂ ਚੁੱਪ ਧਾਰਨ ਕੀਤੀ ਹੋਈ ਹੈ? ਤੇ ਉਸ ਵੇਲੇ ਭਗਤ ਰਵਿਦਾਸ ਜੀ ਨੇ ਫਿਰ ਇਸ ਸ਼ਬਦ ਨੂੰ ਉਚਾਰਨ ਕੀਤਾ ਤੇ ਉਸ ਮਾਲਕ ਦੀ ਸਿਫਤ ਕੀਤੀ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹੇ ਪਰਮਾਤਮਾ ਜੀ, ਮੇਰੇ ਵਰਗਾ ਹਮ ਸਰ ਦੀਨ, ਸਾਡੇ ਵਰਗਾ ਕੋਈ ਦੀਨ ਨਹੀਂ ਹੈ। ਦੀਨ ਤੋਂ ਭਾਵ ਹੈ ਗਰੀਬ। ਮੇਰੇ ਵਰਗਾ ਗਰੀਬ ਨਹੀਂ ਹੈ ਕੋਈ, ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ। ਸੰਸਾਰ ਦੇ ਅੰਦਰ ਤੁਹਾਡੇ ਵਰਗਾ ਦਇਆਵਾਨ ਹੋਰ ਨਹੀਂ ਹੈ ਕੋਈ। ਅਬ ਪਤਿਆਰ ਕਿਆ ਕੀਜੈ। ਕਿਹੇ ਪ੍ਰਮਾਤਮਾ ਜੀ, ਹੁਣ ਤੁਸੀਂ ਮੇਰਾ ਪਰਤਾਵਾ ਕਿਉਂ ਲੈ ਰਹੇ ਹੋ? ਭਾਵ ਕਿ ਮੇਰੀ ਪ੍ਰੀਖਿਆ ਕਿਉਂ ਲੈ ਰਹੇ ਹੋ? ਕਾਹਦੇ ਲਈ ਮੇਰੀ ਪ੍ਰੀਖਿਆ ਲੈ ਰਹੇ ਹੋ? ਕਿਰਪਾ ਕਰਕੇ ਮੇਰੇ ਨਾਲ ਗੱਲ ਕਰੋ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਆਪ ਜੀ ਦੇ ਮਿੱਠੇ ਬਚਨਾਂ ਉੱਤੇ ਮੇਰਾ ਮਨ ਮੰਨ ਗਿਆ ਹੈ। ਭਾਵ ਕਿ ਪ੍ਰਮਾਤਮਾ ਜੀ, ਜੋ ਤੁਸੀਂ ਆਖਿਆ ਏ ਉਹ ਬਚਨ ਮੈਂ ਤੁਹਾਡੇ ਮੰਨੇ ਨੇ। ਕਿਉਂਕਿ ਜਿਨ੍ਹਾਂ ਨੇ ਪ੍ਰਮਾਤਮਾ ਦੇ ਬਚਨਾਂ ਨੂੰ ਮੰਨਿਆ, ਸਾਧ ਸੰਗਤ ਜੀ, ਪ੍ਰਮਾਤਮਾ ਨੇ ਉਹਨਾਂ ਨੂੰ ਹੀ ਦਰਸ਼ਨ ਦਿੱਤੇ ਨੇ। ਹਰੇਕ ਨੂੰ ਨਹੀਂ ਪ੍ਰਮਾਤਮਾ ਆ ਕੇ ਮਿਲਦੇ। ਜਿਹੜੇ ਉਹਨਾਂ ਦੇ ਬਚਨਾਂ ਨੂੰ ਮੰਨਦੇ ਨੇ, ਕੇਵਲ ਉਹਨਾਂ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹੀ ਪ੍ਰਮਾਤਮਾ ਨੂੰ ਦੇਖ ਸਕਦੇ ਨੇ। ਸਾਧ ਸੰਗਤ ਜੀ, ਸਾਰੇ ਨਹੀਂ ਦੇਖ ਸਕਦੇ। ਹਾਲਾਂਕਿ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਅੰਦਰ ਮੌਜੂਦ ਹੈ। ਪਰਮਾਤਮਾ ਜੀ, ਤੁਹਾਡੇ ਬਚਨਾਂ ਦੇ ਉੱਤੇ ਮੇਰਾ ਮਨ ਮੰਨਿਆ ਹੋਇਆ। ਜੋ ਤੁਸੀਂ ਆਖਿਆ ਮੈਂ ਸਤ ਕਰਕੇ ਮੰਨਿਆ ਹੈ। ਜਨ ਕੋ ਪੂਰਨ ਦੀਜੈ, ਕਿਰਪਾ ਕਰਕੇ ਮੈਨੂੰ ਹੁਣ ਨਿਸ਼ਚੇ ਰੂਪੀ ਪੂਰਨ ਗਿਆਨ ਦੇਣਾ ਕਰੋ। ਆਪ ਜੀ ਕਿਰਪਾ ਕਰਕੇ ਹੁਣ ਮੈਨੂੰ ਗਿਆਨ ਦੇਵੋ, ਮੇਰੇ ਨਾਲ ਬਚਨ ਕਰੋ, ਮੇਰੇ ਨਾਲ ਗੱਲ ਕਰੋ। ਆਪ ਜੀ ਕਿਰਪਾ ਕਰਕੇ ਮੇਰੇ ਨਾਲ ਬਚਨ ਕਰੋ। ਹੋਂ ਬਲ ਬਲ ਜਾਓ ਰਮਈਆ ਕਾਰਨੇ। ਹੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਹੋਂ ਬਲ ਬਲ ਜਾਓ। ਮੈਂ ਤੁਹਾਡੇ ਤੋਂ ਬਲਿਹਾਰ ਜਾਨਾ ਹਾਂ, ਮੈਂ ਆਪ ਜੀ ਤੋਂ ਕੁਰਬਾਨ ਜਾਨਾ ਹਾਂ ਰਮਈਆ ਕਾਰਨੇ। ਹੇ ਪ੍ਰਮਾਤਮਾ, ਆਪ ਜੀ ਸਭ ਕਾਰਨ ਕਰਕੇ ਸੰਸਾਰ ਦੇ ਵਿੱਚ ਰਮੇ ਹੋਏ। ਹਰੇਕ ਤਰੀਕੇ ਦੇ ਨਾਲ, ਹਰੇਕ ਤਰ੍ਹਾਂ ਦੇ ਨਾਲ ਪ੍ਰਮਾਤਮਾ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਜਲ ਕਰਕੇ ਜਲ ਰੂਪ ਹੈ, ਥਲ ਕਰਕੇ ਥਲ ਰੂਪ ਹੈ, ਧਰਤੀ ਰੂਪ ਧਰਤੀ ਹੈ, ਆਕਾਸ਼ ਵਿੱਚ ਆਕਾਸ਼ ਰੂਪ ਹੈ, ਜੀਵਾਂ ਦੇ ਵਿੱਚ ਜੀਵ ਰੂਪ। ਸਾਧ ਸੰਗਤ ਜੀ, ਆਪ ਜੀ ਹਰ ਥਾਂ ਤੇ ਰਮੇ ਹੋਏ ਹੋ।
ਕਾਰਨ ਕਬਨ ਅਬੋਲ, ਕਿਹੜਾ ਕਾਰਨ ਹੈ ਜਿਹਦੇ ਕਰਕੇ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਹੋ? ਚੁੱਪ ਹੋ, ਕਾਰਨ ਕੀ ਹੈ? ਚੁੱਪ ਹੋਣ ਦਾ ਕਾਰਨ ਕੀ ਹੈ? ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਕੋਲੋਂ ਚੁੱਪ ਰਹਿਣ ਦਾ ਕਾਰਨ ਪੁੱਛਦੇ ਨੇ ਕਿ ਪਰਮਾਤਮਾ ਜੀ ਕਿਹੜੀ ਗੱਲੋਂ ਤੁਸੀਂ ਮੇਰੇ ਨਾਲ ਚੁੱਪ ਹੋ? ਕਾਰਨ ਕੀ ਹੈ? ਬਹੁਤ ਜਨਮ ਬਿਸਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। हे ਮਾਧੋ, ਮਾਇਆਪਤੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਬੜੇ ਜਨਮਾਂ ਤੋਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਅਸੀਂ ਵੀ ਸਾਧ ਸੰਗਤ ਜੀ ਬੜੇ ਮਾੜੇ ਕਰਮ ਕੀਤੇ ਨੇ ਜਿਹਦੇ ਕਰਕੇ ਅਸੀਂ ਪਰਮਾਤਮਾ ਜੀ ਤੋਂ ਵਿਛੜੇ ਹੋਏ ਹਾਂ। ਜੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਪਰਮਾਤਮਾ ਤੋਂ ਅਸੀਂ ਵਿਛੜੇ ਹੋਏ ਹਾਂ ਸਾਧ ਸੰਗਤ ਜੀ। ਜੇ ਸਾਡੇ ਅੰਦਰ ਗਿਆਨ ਨਹੀਂ ਹੈ ਤੇ ਅਸੀਂ ਪਰਮਾਤਮਾ ਜੀ ਤੋਂ ਵਿਛੜੇ ਹੋਏ ਹਾਂ। ਜੇ ਅਸੀਂ ਨਾਮ ਨਹੀਂ ਜਪਦੇ, ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਜੇ ਅਸੀਂ ਗੁਰੂ ਘਰ ਦੀ ਸੇਵਾ ਨਹੀਂ ਕਰਦੇ ਸਾਧ ਸੰਗਤ ਜੀ, ਜੇ ਸਾਡੇ ਅੰਦਰ ਇੱਕ ਵੀ ਚੰਗਾ ਗੁਣ ਨਹੀਂ ਹੈ, ਨਾ ਦਇਆ ਹੈ, ਨਾ ਧਰਮ ਹੈ, ਨਾ ਧੀਰਜ ਹੈ, ਨਾ ਖਿਮਾ ਹੈ, ਨਾ ਸਬਰ ਹੈ, ਨਾ ਸੰਤੋਖ ਹੈ ਸਾਧ ਸੰਗਤ ਜੀ, ਤੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤੇ ਜਿਹੜਾ ਪਰਮਾਤਮਾ ਜੀ ਤੋਂ ਵਿਛੜ ਜਾਂਦਾ ਹੈ ਸਾਧ ਸੰਗਤ ਜੀ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਗੁਰੂ ਤੋਂ ਵਿਛੜ ਜਾਂਦਾ ਹੈ ਸਾਧ ਸੰਗਤ ਜੀ, ਉਹਨੂੰ ਫਿਰ ਜਨਮਾਂ ਦਾ ਵਿਛੋੜਾ ਲੱਗ ਜਾਂਦਾ ਹੈ, ਕਿਉਂਕਿ ਇਹ ਮਨੁੱਖਾ ਜਨਮ ਅਖੀਰਲੀ ਸਟੇਜ ਹੈ ਸਾਧ ਸੰਗਤ ਜੀ। ਇੱਥੇ ਆ ਕੇ ਜੂਨਾਂ ਦਾ ਅੰਤ ਹੋ ਜਾਂਦਾ ਹੈ, ਖਤਮ ਹੋ ਜਾਂਦੀਆਂ ਨੇ ਸਾਧ ਸੰਗਤ ਸਾਰੀਆਂ ਜੂਨਾਂ। ਇਸ ਕਰਕੇ ਮਨੁੱਖਾ ਜਨਮ ਸਾਰੀਆਂ ਜੂਨਾਂ ਤੋਂ ਸ੍ਰੇਸ਼ਟ ਹੈ, ਚੰਗਾ ਹੈ। ਪਰ ਸਾਧ ਸੰਗਤ ਜੀ, ਜੇ ਹੁਣ ਵੀ ਆਪਾਂ ਇਸ ਸਮੇਂ ਨੂੰ ਨਾ ਸੰਵਾਰਿਆ, ਇਸ ਜਨਮ ਨੂੰ ਨਾ ਸੰਭਾਲਿਆ, ਤੇ ਫਿਰ 84 ਲੱਖ ਜੂਨ ਦੀ ਜਿਹੜੀ ਗਿਣਤੀ ਹੈ ਨਾ, ਉਹ ਸਾਧ ਸੰਗਤ ਜੀ ਚਾਲੂ ਫਿਰ ਹੋ ਜਾਂਦੀ ਹੈ 1 ਤੋਂ। ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ, 1,84 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਜੂਨ ਹੈ, ਮਨੁੱਖ ਨੂੰ ਵਡਿਆਈ ਦਿੱਤੀ ਹੈ। ਇਸ ਪੌੜੀ ਤੇ ਜੋ ਨਰ ਚੂਕੇ, ਜਿਹੜਾ ਇੱਥੇ ਆ ਕੇ ਸਾਧ ਸੰਗਤ ਜੀ ਚੁੱਕ ਕਰ ਜਾਵੇ, ਗਲਤੀ ਕਰ ਜਾਵੇ, ਜਿਹੜਾ ਇੱਥੇ ਆ ਕੇ ਸਮਾਂ ਖੁੰਝ ਜਾਵੇ ਸਾਧ ਸੰਗਤ ਜੀ, ਸੋ ਆਏ ਜਾਏ ਦੁੱਖ ਪਾਇੰਦਾ, ਉਹ ਦੁਬਾਰਾ ਫਿਰ ਸੰਸਾਰ ਦੇ ਵਿੱਚ ਆਉਂਦਾ ਹੈ, ਦੁਬਾਰਾ ਫਿਰ ਸੰਸਾਰ ਤੋਂ ਜਾਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਫਿਰ ਕਈ ਜਨਮ ਸਾਧ ਸੰਗਤ ਜੀ ਕੀੜੇ ਮਕੌੜੇ ਬਣਨਾ ਪੈਂਦਾ ਹੈ। ਕਈ ਜਨਮ ਗੱਜ ਮੀਨ ਕਰੰਗਾ, ਕਈ ਜਨਮ ਮੱਛੀਆਂ ਮੀਨ ਕੁਰੰਗਾ ਪੰਛੀ ਆਦਿਕ, ਕਈ ਜਨਮ ਪੰਖੀ ਸਰਪ ਹੋਇਓ, ਪੰਛੀ ਬਣ ਗਏ, ਸੱਪ ਬਣ ਗਏ। ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਹਾਥੀ ਘੋੜੇ, ਬਿਰਖ ਤੋਂ ਭਾਵ ਹੈ ਦਰਖਤ ਆਦਿਕ ਬਣ ਗਏ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਸੈਲ ਕਹਿੰਦੇ ਨੇ ਪੱਥਰਾਂ ਨੂੰ, ਗਿਰਪਾ ਪਹਾੜ, ਕਈ ਜਨਮ ਪਹਾੜਾਂ ਦੇ ਰੂਪ ਦੇ ਵਿੱਚ ਵੀ ਲਏ ਨੇ, ਪੱਥਰਾਂ ਦੇ ਰੂਪ ਦੇ ਵਿੱਚ ਵੀ ਕਈ ਜਨਮ ਲਏ ਨੇ। ਬੜੀਆਂ ਜੂਨਾਂ ਦੇ ਵਿੱਚ ਘੁੰਮ ਕੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਅਸੀਂ ਮਨੁੱਖਾ ਜਨਮ ਦੇ ਵਿੱਚ ਆਏ ਹਾਂ। ਇਹ ਜਿਹੜਾ ਜਨਮ ਹੈ, ਹੁਣ ਆਪ ਜੀ ਕਿਰਪਾ ਕਰਕੇ ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਬਤੀਤ ਹੋ ਗਏ ਨੇ ਤੁਹਾਡੇ ਤੋਂ ਵਿਛੜਿਆ ਹੋਇਆ। ਇਹੋ ਜਨਮ ਤੁਮਾਰੇ ਲੇਖੇ, ਕਿਰਪਾ ਕਰ ਦਵੋ, ਰਹਿਮਤ ਕਰ ਦਵੋ, ਇਸ ਜਨਮ ਨੂੰ ਆਪਣੇ ਲੇਖੇ ਦੇ ਵਿੱਚ ਲਾ ਲਵੋ। ਅਸੀਂ ਵੀ ਸਾਧ ਸੰਗਤ ਜੀ ਇਹ ਅਰਦਾਸ ਬੇਨਤੀ ਕਰਿਆ ਕਰੀਏ, ਮਾਲਕ ਜੀ ਤੇਰੇ ਤੋਂ ਬੜੇ ਜਨਮਾਂ ਤੋਂ ਵਿਛੜੇ ਹੋਏ ਹਾਂ, ਪਤਾ ਨਹੀਂ ਕਿੰਨੇ ਕੁ ਜਨਮ ਤੇਰੇ ਤੋਂ ਵਿਛੜਿਆ ਹੋਏ ਲੰਘ ਗਏ ਨੇ। ਹੁਣ ਮਨੁੱਖਾ ਜਨਮ ਮਿਲਿਆ, ਇਹ ਸਾਨੂੰ ਵਾਰੀ ਮਿਲੀ ਹੈ, ਇਹ ਸਮਾਂ ਮਿਲਿਆ ਸਾਨੂੰ ਗੁਰਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ ਕਿ ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਲਵੋ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ, ਐਸ ਵਾਰ ਸਾਨੂੰ ਬਖਸ਼ ਲਵੋ, ਆਪਣੇ ਨਾਮ ਦੇ ਨਾਲ ਜੋੜ ਲਵੋ, ਬਹੁਰ ਨਾ ਭਵ ਜਲ ਫੇਰਾ, ਜਿਹਦੇ ਕਰਕੇ ਭਵਜਲ ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਨਾ ਆਉਣਾ ਪਵੇ, ਐਸੀ ਕਿਰਪਾ ਕਰ ਦਵੋ। ਅਨਲ ਬੇੜਾ ਹੋ ਕੇ ਬਣਾ ਸਾਕੋ, ਮੋਹ ਕੋ ਬਾਹਾਂ ਦੇ ਬੀਟਲਾ, ਮੇਰਾ ਬੇੜਾ ਜਿਹੜਾ ਡੋਲ ਰਿਹਾ ਹੈ,
ये तेरी कृपा तो बिना पार नहीं लंघ सकता। आप जी कृपा करके हथ दे के रख लवो, सानू नाम दे नाल जोड़ दवो। नाम दे नाल जोड़ के ते ये जन्म नू अपने लेखे दे विच ला दवो। भगत रविदास जी इस शब्द दे राही सानू समझाउंदे ने कि उस मालिक दे चरनां दे विच किवें अरदास करनी है, किवें मालिक दे कोलों परमात्मा जी नूं प्राप्त करन दे लई बेनती करनी है, अरजोई करनी है, अर्ज करनी है, फरियाद किवें करनी है। साध संगत जी कि परमात्मा बड़े जन्मां तो तेरे तो विछड़े हुए हैं, मनुखा जन्म मिलिया है, ये बार बार नहीं मिलना है। अकाल पुरख वाहिगुरू परमात्मा जी कृपा करके आप जी सानू अपना उपदेश दे के इस जन्म नूं अपने लेखे दे विच ला लवो, इस जन्म नूं अपने चरनां दे विच ला लवो, जिहदे करके साडा जीवन सवर जावे। कह रविदास आस लग जीवो चिर भयो दर्शन देखे। भगत रविदास जी फरमान करते हैं कि अकाल पुरख वाहिगुरू परमात्मा जी मैं तो आप जी दे दर्शनां दी आस लगा के ही जिउंदा हाँ। आस लग जीवो, इक्को ही आस है मेरे मन दे विच, इक्को ही इच्छा है, उस इच्छा दे करके ही मैं संसार दे विच जिउं रहा हाँ। जिवें बाबा फरीद जी फरमान करते ने कागा कुरंग ढंडोलिया सगला खाया मास, ए दुए नैना मत छुओ फिर देखण की आस। परमात्मा नूं देखण दी आस है, मेरे नेत्रां नूं ना कुछ हो जावे। इत्थे भी भगत रविदास जी समझाते हैं कि इक्को ही आस है साडे मन दे विच परमात्मा जी तुहाडे दर्शनां दी चिर भयो दर्शन देखे। बड़ा चिर हो गया है, पता नहीं कितना क समा हो गया, चिरंकाल ही हो गया तुहाडे दर्शन कीतियां। ये भी शुक्र है कि आप जी का दर्शन हो गया है। चिर भयो दर्शन देखे, बड़ा चिर हो गया तुहाडे दर्शन देखे, तुहाडे दर्शन कीतियां बड़ा चिर हो गया है। ये आप जी की कृपा है, रहमत है, बख्शिश है कि तुसी दर्शन दिते ने। हुण कृपा करके मेरे नाल बचन भी करो। साध संगत जी इस पावन शब्द राही रविदास महाराज जी ने सानू उस अकाल पुरख वाहिगुरू परमात्मा जी दे चरनां दे विच अरदास बेनती करन दा तरीका दस्सिया कि किवें उस मालिक नूं प्राप्त करना है। इक्को ही आस साडे मन दे विच भी होनी चाहिए है कि परमात्मा जी आखा जीवा बिसरै मर जाओ। परमात्मा जी जे तुहाडे नाम नूं आखदे आ ते असीं जिउंदे आ, जे विसर गए तो इउं लगता जिवें मौत हो गई होवे। साडे मन की अवस्था भी कुछ ऐसी बन जाए। इसलिए आपां धन गुरु ग्रंथ साहिब महाराज जी के चरनां दे विच अरदास बेनती जोदरी करनी है कि सतगुर सच्चे पातशाह जी बहुत जन्म बिछरे थे माधोए जन्म तुम्हारे लिखे। कह रविदास आस लग जीवो चिर पयो दर्शन देखे। पातशाह जी तुहाडे तो विछड़िया पता नहीं कितना क समा लंघ गया है। इस जन्म नूं अपने लेखे दे विच ला लवो, अपने चरनां दे नाल जोड़ लवो, नाम बाणी दे नाल जोड़ लो, जिहदे करके साडा लोक ते परलोक सवर जावे। ये जो अज दे पावन शब्दी विचार नूं आपां सरवण कीता है, सतगुर जी कृपा करने इसे तरह ही सानू नाम बाणी दे नाल जोड़ी रखने दीआं बेनतियां प्रवान करियो जी। भुलां चुकां दी खिमा बुलाओ फतेह। वाहिगुरू जी का खालसा वाहिगुरू जी की फतेह।